ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ। ਉਨ ਚਾਨਣ ਉਹ ਸੋਖਿਆ, ਚੂਕਾ ਜਮ ਸਿਉ ਮੇਲ। ਕੱਲ ਇਹ ਸ਼ਬਦ ਦੀ ਵਿਚਾਰ ਚੱਲ ਰਹੀ ਸੀ, ਪਰ ਖਿਆਲ ਕਰਿਓ ਇਹਨਾਂ ਸ਼ਬਦਾਂ ਦੇ ਜੋ ਅਰਥ ਪੋਥੀਆਂ ਦੇ ਵਿੱਚ ਕੀਤੇ ਗਏ ਹਨ, ਉਹਨਾਂ ਦੁਆਰਾ ਤੁਸੀਂ ਇਹਨਾਂ ਸ਼ਬਦਾਂ ਦੇ ਭਾਵ ਨੂੰ ਨਹੀਂ ਸਮਝੋਗੇ। ਜੋ ਗੁਰੂ ਸਾਹਿਬ ਜੀ ਕਹਿ ਰਹੇ ਹਨ, ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਅਰਥ ਬਹੁਤ ਪੜ੍ਹਦੇ ਹਨ, ਸਮਝਣ ਦੀ ਕੋਸ਼ਿਸ਼ ਵੀ ਕਰਦੇ ਹਨ, ਪਰ ਸਮਝ ਵਿੱਚ ਆਉਂਦੇ ਨਹੀਂ, ਕਿਉਂਕਿ ਕਰਨ ਵਾਲੇ ਬਾਹਰ ਮੁਖੀ ਹਨ। ਉਹਨਾਂ ਨੇ ਜਾਣਿਆ ਨਹੀਂ, ਤੇ ਜਿਹਨੇ ਜਾਣਿਆ ਨਹੀਂ ਉਹਨੂੰ ਜਿਹਦੇ ਬਾਰੇ ਇਹ ਕਿਹਾ ਜਾ ਰਿਹਾ ਹੈ, ਇਸ਼ਾਰਾ ਕੀਤਾ ਜਾ ਰਿਹਾ ਹੈ, ਤੋ ਕਿਵੇਂ ਸਮਝਾ ਸਕਦਾ ਹੈ, ਕਿਵੇਂ ਅਰਥ ਕਰ ਸਕਦਾ ਹੈ, ਕੀਤੇ ਕਿਵੇਂ ਜਾ ਸਕਦੇ ਜਿਹਦਾ ਪਤਾ ਹੀ ਨਹੀਂ। ਤੇ ਅੱਖਰੀ ਅਰਥ ਤੇ ਤੁਹਾਨੂੰ ਮਿਲ ਜਾਣਗੇ ਕੀਤੇ ਵੀ ਹੋਏ ਹਨ, ਪਰ ਭਾਵ ਸਮਝ ਵਿੱਚ ਆਉਣਾ ਚਾਹੀਦਾ ਹੈ। ਤੇ ਭਾਵ ਸਮਝਣ ਵਾਸਤੇ ਅਗਲੀਆਂ ਪੰਕਤੀਆਂ ਨੂੰ ਥੋੜ੍ਹਾ ਜਿਹਾ ਖਿਆਲ ਵਿੱਚ ਲਾਓ। ਲੋਕਾ ਮਤ ਕੋ ਫੱਕੜ ਪਾਏ, ਲਖ ਮੜਿਆਂ ਕਰ ਇਕੱਠੇ, ਏਕ ਰਤੀ ਲੈ ਪਾਹੇ। ਕਹਿੰਦੇ ਹਨ ਵੀ ਤੁਸੀਂ ਮੇਰੀ ਗੱਲ ਦਾ ਮਖੌਲ ਨਾ ਸਮਝਿਓ। ਇਹ ਉਵੇਂ ਹੀ ਹੈ ਜਿਵੇਂ ਲੱਖਾਂ ਮਣ ਲੱਕੜਾਂ ਇਕੱਠੀਆਂ ਹੋਣ ਤੇ ਕਰੰਚਕ ਮਾਤਰ ਇੱਕ ਚੰਗਿਆੜਾ ਅੱਗ ਦਾ ਤਿਨਕਾ ਇੱਕ ਉਹਦੇ ਵਿੱਚ ਸੁੱਟ ਦੇਵੋ ਤਾਂ ਸਾਰਾ ਹੀ ਸਵਾਹ ਹੋ ਜਾਂਦਾ ਹੈ। ਲੱਕੜਾਂ ਦਾ ਢੇਰ, ਭਾਵ ਕਿ ਅੱਗ ਜਿਹੜੀ ਹੈ ਸਭ ਕੁਝ ਸਵਾਹ ਕਰ ਦਿੰਦੀ। ਇਵੇਂ ਹੀ ਗੁਰੂ ਸਾਹਿਬ ਜੀ ਸਮਝਾ ਰਹੇ ਹਨ ਵੀ ਨਾਮ ਰੂਪ ਵੀ ਅਗਨ ਹੈ। ਤੇ ਜਿੰਨੀ ਤੁਸੀਂ ਅੰਦਰ ਨਾਮ ਦੀ ਅਗਨ ਬਾਲੋਗੇ, ਓਨੇ ਹੀ ਤੁਹਾਡੇ ਪਾਪ ਨਾਸ਼ ਹੋ ਜਾਣਗੇ। ਪਾਪ ਕੀ ਹੈ? ਪਾਪ ਕਿਹਨੂੰ ਕਹਿੰਦੇ ਹਨ? ਪਾਪ ਹੈ ਪਰਮੇਸ਼ਰ ਨੂੰ ਭੁੱਲਣਾ। ਪਰਮਾਤਮਾ ਨੂੰ ਜਿਹੜਾ ਭੁੱਲ ਗਿਆ, ਜਿਹਨੂੰ ਪਰਮਾਤਮਾ ਭੁੱਲ ਗਿਆ, ਤੇ ਜਿਹਨੂੰ ਪਰਮਾਤਮਾ ਭੁੱਲ ਗਿਆ ਤੇ ਭੁੱਲਿਆ ਕਿਵੇਂ? ਸੰਸਾਰ ਚਿੱਤ ਵਿੱਚ ਵਸ ਗਿਆ। ਤੇ ਇਹਦਾ ਭਾਵ ਹੋਇਆ ਵੀ ਸੰਸਾਰ ਨੂੰ ਚਿੱਤ ਵਿੱਚ ਵਸਾਉਣਾ ਹੀ ਪਾਪ ਹੈ। ਝੂਠ ਨੂੰ ਚਿੱਤ ਵਿੱਚ ਵਸਾਉਣਾ ਹੀ ਪਾਪ ਹੈ। ਕਈ ਕਹਿੰਦੇ ਹਨ ਨਾ ਵੀ ਗਲਤ ਹਿਰਦੇ ਦੇ ਵਿੱਚੋਂ ਕੱਢਣਾ ਹੈ, ਗਲਤ ਵਿਚਾਰ ਕੱਢਣੇ ਹਨ। ਨਹੀਂ, ਝੂਠ ਹੀ ਹਿਰਦੇ ਦੇ ਵਿੱਚੋਂ ਟੋਟਲ ਕੱਢਣਾ ਹੈ, ਅਸੱਤ ਹੀ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਪਰਮਾਤਮਾ ਨੂੰ ਭੁੱਲ ਕੇ ਰੋਗ ਵਿਆਪਦੇ ਹਨ,
ਦੁੱਖ ਵਿਆਪਦੇ ਹਨ, ਤੇ ਪਰਮਾਤਮਾ ਨੂੰ ਚਿੱਤ ਕੀਤਿਆਂ, ਯਾਦ ਕੀਤਿਆਂ ਦੁੱਖ ਕੱਟਦੇ ਹਨ, ਮਿਟਦੇ ਹਨ। ਉਹ ਗੱਲ ਇੱਥੇ ਕੀਤੀ ਜਾ ਰਹੀ ਹੈ। ਦੁੱਖ ਤਦੇ ਜਾਂ ਵਿਸਰ ਜਾਏ, ਰੋਗ ਵਿਆਪੇ ਬਹੁ ਬਿਦਤਾਏ। ਕਿਹਾ ਹੈ ਨਾ, ਉਦੋਂ ਹੀ ਦੁੱਖ ਕਹਿੰਦੇ ਸ਼ੁਰੂ ਹੋ ਜਾਂਦਾ ਹੈ ਜਦੋਂ ਪਰਮਾਤਮਾ ਵਿਸਰ ਜਾਂਦਾ ਹੈ। ਪਰਮਾਤਮਾ ਵਿਸਰ ਗਿਆ ਤੇ ਸੰਸਾਰ ਯਾਦ ਆ ਗਿਆ ਤੇ ਦੁੱਖ ਸ਼ੁਰੂ ਹੋ ਗਿਆ। ਤੇ ਪਰਮਾਤਮਾ ਨੂੰ ਯਾਦ ਕਰਨਾ ਹੈ। ਤੇ ਯਾਦ ਕਿਵੇਂ ਕਰਨਾ ਹੈ? ਜਿਵੇਂ ਕੱਲ ਅਗਰ ਤੁਹਾਨੂੰ ਖਿਆਲ ਹੋਵੇ ਤੇ ਤੁਸੀਂ ਸੁਣ ਰਹੇ ਸੀ ਵੀ ਪਹਿਲਾਂ ਕੰਨ ਰਸ ਕਹਿ ਲਈਏ ਜਾਂ ਬਾਹਰ ਦਾ ਰਸ ਕਹਿ ਲਈਏ, ਪਰ ਰਸ ਉੱਥੋਂ ਹੀ ਸ਼ੁਰੂ ਹੁੰਦਾ ਹੈ ਧਿਆਨ। ਅਗਰ ਸਤਿਪੁਰਖਾਂ ਦੇ ਉਪਦੇਸ਼ ਸੁਣਨ ਦਾ ਤੁਹਾਨੂੰ ਰਸ ਨਹੀਂ ਆ ਰਿਹਾ ਹੈ ਤੇ ਤੁਸੀਂ ਸੁਣੋਗੇ ਨਹੀਂ। ਪਹਿਲਾਂ ਤੁਸੀਂ ਇੰਦਰੀਆਂ ਦੇ ਨਾਲ ਹੀ ਜੁੜੇ ਹੋਏ ਹੋ ਤੇ ਇੰਦਰੀਆਂ ਤੋਂ ਹੀ ਸ਼ੁਰੂ ਕਰਵਾਉਣਾ ਪੈਂਦਾ ਹੈ ਧਿਆਨ। ਜਿਹੜੇ ਅੱਖਾਂ ਦੇ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਕਿਹਾ ਜਾਂਦਾ ਹੈ ਵੀ ਅੱਖਾਂ ਬੰਦ ਕਰਕੇ ਦੇਖੋ, ਧਿਆਨ ਅੰਦਰ ਕਰੋ। ਜਿਹੜੇ ਕੰਨਾਂ ਦੇ ਨਾਲ ਜ਼ਿਆਦਾ ਜੁੜੇ ਹੋਏ ਹਨ, ਸਰੋਤ ਦੇ ਨਾਲ ਜੁੜੇ ਹੋਏ ਹਨ, ਉਹਨਾਂ ਨੂੰ ਕਿਹਾ ਜਾਂਦਾ ਹੈ ਸੁਣੋ। ਤੇ ਅਗਰ ਸੁਣਨ ਦੇ ਵਿੱਚ ਰਸ ਆਉਣ ਲੱਗ ਪਿਆ, ਪਹਿਲਾਂ ਤੇ ਸੰਸਾਰ ਵਿੱਚ ਰਸ ਆਉਂਦਾ ਹੈ ਕਈਆਂ ਨੂੰ, ਸੁਣ ਕੇ ਬਾਹਰ ਗੱਲਾਂ ਬਾਤਾਂ ਸੁਣ ਕੇ ਬੜਾ ਰਸ ਆਉਂਦਾ ਹੈ। ਕਈ ਸਾਰੀ ਦਿਹਾੜੀ ਗੱਲਾਂ ਹੀ ਕਰਦੇ ਰਹਿੰਦੇ ਹਨ, ਰਸ ਦਾ ਕਰਕੇ ਹੀ ਕਰਦੇ ਹਨ। ਜਨਾਨੀਆਂ ਬੈਠ ਜਾਣ ਇੱਕ ਦੂਸਰੇ ਕੋਲ ਗੱਲਾਂ ਕਰਨ ਲੱਗ ਜਾਣ ਤੇ ਉੱਠਣ ਨੂੰ ਚਿੱਤ ਨਹੀਂ ਕਰਦਾ ਹੈ। ਕਿਉਂ ਨਹੀਂ ਕਰਦਾ ਹੈ? ਰਸ ਆਉਂਦਾ ਹੈ ਦੂਸਰੇ ਦੀਆਂ ਗੱਲਾਂ ਕਰ। ਤੇ ਜਿਨ੍ਹਾਂ ਨੂੰ ਇਹ ਪ੍ਰਭੂ ਦੇ ਪਿਆਰਿਆਂ ਦੀ ਵਿਚਾਰਧਾਰਾ ਵਿੱਚ ਰਸ ਆਉਣ ਲੱਗ ਪਿਆ ਤਾਂ ਉਹਨਾਂ ਦਾ ਸੰਸਾਰ ਵਿੱਚੋਂ ਰਸ ਘਟਣ ਲੱਗ ਜਾਂਦਾ ਹੈ, ਕਿਉਂਕਿ ਗੱਲ ਹੀ ਐਸੀ ਹੈ। ਇਹ ਗੱਲ ਖਿਆਲ ਵਿੱਚ ਰੱਖਣੀ ਹੈ। ਜਿਨ੍ਹਾਂ ਨੂੰ ਬਾਬੇ ਨਾਨਕ ਦੀ ਬਾਣੀ ਵਿੱਚ ਰਸ ਆਉਣ ਲੱਗ ਪਿਆ ਨਾ, ਉਹਨਾਂ ਦਾ ਸੰਸਾਰ ਵਿੱਚੋਂ ਰਸ ਘਟੇਗਾ। ਜੇ ਨਹੀਂ ਘਟ ਰਿਹਾ ਹੈ ਤਾਂ ਸਮਝ ਲੈਣਾ ਚਾਹੀਦਾ ਵੀ ਉੱਧਰ ਰਸ ਨਹੀਂ ਆ ਰਿਹਾ ਹੈ। ਸ਼ਬਦ ਵਿੱਚ ਰਸ ਆਵੇਗਾ ਤੇ ਸੁਰਤ ਜੁੜੇਗੀ ਸ਼ਬਦ ਵਿੱਚ। ਤੇ ਪਹਿਲਾਂ ਤੇ ਰਸ ਆਉਂਦਾ ਹੈ ਬਾਹਰ, ਸ਼ਬਦ ਨੂੰ ਸੁਣ ਕੇ ਚੰਗਾ ਲੱਗਦਾ ਹੈ, ਵਧੀਆ ਲੱਗਦਾ ਹੈ, ਪਿਆਰਾ ਲੱਗਦਾ ਹੈ, ਸ਼ੁਰੂਆਤ ਹੁੰਦੀ ਹੈ। ਤੇ ਉਸ ਤੋਂ ਅੱਗੇ ਫਿਰ ਰਸ ਆਉਂਦਾ ਹੈ ਅੰਦਰ। ਕਹਿੰਦੇ ਨਾ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰ। ਫਿਰ ਅੰਦਰ ਜਦੋਂ ਸ਼ਬਦ ਦੀ ਵਿਚਾਰ ਕਰਦਾ ਹੈ, ਜੋ ਸੁਣਿਆ ਹੈ ਉਹ ਸ਼ਬਦ ਪਿਆਰਾ ਲੱਗਾ ਹੈ, ਉਹਦਾ ਖਿਆਲ ਅੰਦਰ ਬੈਠ ਗਿਆ ਤੇ ਵਾਰ-ਵਾਰ ਖਿਆਲ ਕਰਦਾ ਹੈ ਉਹ ਸ਼ਬਦ ਦੇ, ਤੇ ਉਹਨੂੰ ਰਸ ਆਉਣ ਲੱਗ ਜਾਂਦਾ ਹੈ ਵੀ ਬੜਾ ਪਿਆਰਾ ਉਪਦੇਸ਼ ਹੈ, ਬੜੀ ਪਿਆਰੀ ਗੱਲ ਹੈ। ਤੇ ਅੰਦਰੋਂ ਰਸ ਆਉਂਦਾ ਹੈ ਵਿਚਾਰ ਦੁਆਰਾ, ਸ਼ਬਦ ਦੀ ਵਿਚਾਰ ਦੁਆਰਾ। ਉਹਨੂੰ ਕਹਿੰਦੇ ਹਨ ਨਾਮ ਰਸ। ਪਹਿਲਾਂ ਆਉਂਦਾ ਹੈ ਬਾਹਰੋਂ ਸੁਣ ਕੇ ਹੀ, ਵਾਰ-ਵਾਰ ਸੁਣਿਆ ਤੇ ਰਸ ਆਇਆ। ਫਿਰ ਸ਼ਬਦ ਦੇ ਭਾਵ ਵਿੱਚ ਰਸ ਆਉਂਦਾ ਹੈ। ਜਦੋਂ ਸ਼ਬਦ ਦੇ ਭਾਵ ਵਿੱਚ ਰਸ ਆਉਣ ਲੱਗ ਜਾਵੇ, ਤੁਸੀਂ ਸ਼ਬਦ ਦੇ ਭਾਵ ਵਿੱਚ ਡੁੱਬਣਾ ਸ਼ੁਰੂ ਕਰ ਦਿਓ, ਵਿਚਾਰਧਾਰਾ ਦੇ ਵਿੱਚ ਗਹਿਰੇ ਉਤਰ ਜਾਓ ਤੇ ਰਸ ਆਉਣ ਲੱਗ ਜਾਵੇ, ਫਿਰ ਸੁਣਨ ਵਿੱਚ ਰਸ ਘਟ ਜਾਂਦਾ ਹੈ। ਕਿਉਂਕਿ ਤੁਸੀਂ ਫਿਰ ਨਾਮ ਹੀ ਸੁਣੋ, ਅਗਰ ਸੁਣ ਵੀ ਲਓ ਤੇ ਤੁਸੀਂ ਉਸ ਭਾਵ ਦੇ ਵਿੱਚ ਫਿਰ ਖੋ ਜਾਂਦੇ ਹੋ। ਕਈ ਪ੍ਰੇਮੀ ਐਸੇ ਹਨ ਜਿਹੜੇ ਕਹਿੰਦੇ ਹਨ ਵੀ ਸੁਣ ਕੇ ਫਿਰ ਬਹੁਤ ਹੀ ਰਸ ਮਗਨ ਹੋ ਜਾਂਦਾ ਹੈ ਅੰਦਰੋਂ।
ਉਸ ਭਾਵ ਦੇ ਵਿੱਚ, ਉਹ ਸ਼ਬਦ ਦੇ ਭਾਵ ਦੇ ਵਿੱਚ, ਉਸ ਵਿਚਾਰਧਾਰਾ ਦੇ ਵਿੱਚ ਖੋ ਜਾਂਦਾ ਹੈ। ਤੇ ਅਗਰ ਇਹ ਜਿਹੜਾ ਰਸ ਹੈ, ਕੰਨ ਰਸ ਕਹਿ ਲਈਏ ਆਪਾਂ, ਬਾਹਰ ਦਾ ਰਸ ਹੈ, ਸੁਣਨ ਦਾ ਰਸ ਹੈ, ਇਹ ਗਹਿਰੇ ਅੰਦਰ ਜਾ ਕੇ ਵੀ ਘਟਦਾ ਹੈ, ਤੇ ਜਾਂ ਬਹੁਤਿਆਂ ਨੂੰ ਬਾਹਰ ਸੰਸਾਰ ਦੇ ਵਿੱਚ ਰੁਚੀ ਜ਼ਿਆਦਾ ਪੈਦਾ ਹੋ ਜਾਵੇ ਤਾਂ ਵੀ ਘਟ ਜਾਂਦਾ ਹੈ। ਕਈ ਪ੍ਰੇਮੀ ਕਹਿੰਦੇ ਹਨ ਵੀ ਪਹਿਲਾਂ ਸਾਡਾ ਬੜਾ ਚਿੱਤ ਕਰਦਾ ਸੀ ਸੁਣਨ ਨੂੰ, ਹੁਣ ਬਹੁਤਾ ਨਹੀਂ ਕਰਦਾ ਹੈ, ਕਿਉਂਕਿ ਸੰਸਾਰ ਦੇ ਵਿੱਚ ਉਲਝ ਗਏ, ਧਿਆਨ ਸੰਸਾਰ ਦੇ ਵਿੱਚ ਜ਼ਿਆਦਾ ਲੱਗ ਗਿਆ। ਅਤੇ ਇੱਧਰ ਕਿਹਾ ਜਾ ਰਿਹਾ ਸੰਸਾਰ ਵਿਅਰਥ ਹੈ, ਅਸਾਰ ਹੈ, ਅਸਤ ਹੈ, ਧਿਆਨ ਹਟਾਉਣਾ ਹੈ, ਅਤੇ ਫਿਰ ਦਿਲ ਨਹੀਂ ਕਰਦਾ ਸੁਣਨ ਨੂੰ, ਵੀ ਕੀ ਸੁਣਨਾ ਹੈ। ਅਤੇ ਬਹੁਤਾਂ ਦਾ ਰੁਚੀ ਘਟ ਜਾਂਦੀ ਹੈ ਸੁਣਨ ਦੀ, ਸੰਸਾਰ ਵੱਲ ਧਿਆਨ ਲੱਗ ਜਾਵੇ। ਅਤੇ ਜੇ ਧਿਆਨ ਅੰਦਰ ਹੋ ਜਾਵੇ, ਉਹਦੇ ਭਾਵ ਵਿੱਚ, ਸ਼ਬਦਾਂ ਦੇ ਭਾਵ ਵਿੱਚ, ਵਿਚਾਰਧਾਰਾ ਦੇ ਵਿੱਚ ਤੁਸੀਂ ਖੋ ਜਾਓ, ਤਾਂ ਫਿਰ ਅੰਦਰ ਨੂੰ ਜਾਣਾ ਸ਼ੁਰੂ ਹੋ ਜਾਂਦਾ ਹੈ ਧਿਆਨ। ਇਹੋ ਹੈ ਸਰਵਣ ਭਗਤੀ। ਸੁਣ ਸੁਣ ਕੇ ਧਿਆਨ ਅੰਦਰ ਲੱਗ ਗਈ, ਸੁਰਤ ਅੰਦਰ ਜੁੜਦੀ ਹੈ, ਫਿਰ ਨਾਮ ਰਸ ਆਉਂਦਾ ਹੈ। ਅਤੇ ਜਿਵੇਂ ਕਿਹਾ ਹੈ ਨਾ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ ਜਮ ਸਿਉ ਮੇਲ। ਕਹਿੰਦੇ ਹਨ ਵੀ ਜਿਵੇਂ ਜਿਵੇਂ ਦੀਵਾ ਜਲਦਾ ਹੈ, ਪ੍ਰਕਾਸ਼ ਵੱਧਦਾ ਹੈ, ਗਿਆਨ ਵੱਧਦਾ ਹੈ, ਤਿਵੇਂ ਤਿਵੇਂ ਹਨੇਰਾ ਦੂਰ ਹੁੰਦਾ ਹੈ, ਜਾਂ ਕਹਿ ਲਈਏ ਵੀ ਉਹ ਜਿਹੜਾ ਦੁੱਖ ਰੂਪ ਤੇਲ ਸੀ ਉਹ ਖਤਮ ਹੁੰਦਾ ਹੈ। ਸੰਸਾਰ ਵਿੱਚੋਂ ਬਿਰਤੀ ਹਟਦੀ ਹੈ, ਧਿਆਨ ਹਟਦਾ ਹੈ, ਨਾਮ ਵਿੱਚ ਜੁੜਦਾ ਹੈ। ਜਿੰਨਾ ਨਾਮ ਵਿੱਚ ਜੁੜੇਗਾ ਉਹਨਾਂ ਤੇਲ ਖਤਮ ਹੋਵੇਗਾ। ਫਿਰ ਜਦੋਂ ਤੇਲ ਖਤਮ ਹੋ ਜਾਂਦਾ ਹੈ, ਫਿਰ ਦੀਵਾ ਬੁਝ ਜਾਂਦਾ ਹੈ, ਕਿਉਂਕਿ ਦੀਵੇ 'ਚ ਤੇਲ ਹੀ ਨਹੀਂ ਰਿਹਾ। ਹੁਣ ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਇਹ ਅਗਲੀ ਗੱਲ ਤਾਂ ਇੱਥੇ ਕੀਤੀ ਨਹੀਂ ਹੋਈ ਹੈ, ਪਰ ਮੈਂ ਕਰ ਦਿੰਦਾ ਹਾਂ ਵੀ ਜਦੋਂ ਉਹ ਸੋਖ ਲੈਂਦਾ ਹੈ ਸਾਰਾ ਤੇਲ, ਉਨ ਚਾਨਣ ਉਹ ਸੋਖਿਆ ਚੂਕਾ ਜਮ ਸਿਉ ਮੇਲ। ਕਹਿੰਦੇ ਜਮ ਦੇ ਨਾਲ ਮੇਲ ਜਿਹੜਾ ਕਿ ਨਹੀਂ, ਮੇਲ ਜੋਲ ਉਹ ਟੁੱਟ ਗਿਆ। ਜਮ ਕੀ ਹੈ? ਜਮ ਕਹਿੰਦੇ ਹਨ ਕਾਲ ਨੂੰ। ਕਾਲ ਕੀ ਹੈ? ਸਮੇਂ। ਕਹਿੰਦੇ ਹਨ ਜੰਮ ਲੈਣ ਆਇਆ ਹੈ। ਜੰਮ ਦਾ ਅਰਥ ਹੁੰਦਾ ਹੈ ਕਾਲ। ਜਿਹੜਾ ਆਦਮੀ ਸੰਸਾਰ ਨਾਲ ਜੁੜਿਆ ਹੋਇਆ ਹੈ ਉਹਨੂੰ ਕਹਿੰਦੇ ਹਨ ਕਾਲ ਚਲਾਣਾ ਕਰ ਗਿਆ। ਸਮੇਂ ਦੇ ਵਿੱਚ, ਵਕਤ ਦੇ ਵਿੱਚ ਮਰਿਆ, ਉਹਦੀ ਸੁਰਤ ਜੁੜੀ ਰਹਿ ਗਈ ਸੰਸਾਰ ਦੇ ਨਾਲ। ਜਿਹਦੀ ਸੰਸਾਰ ਦੇ ਨਾਲ ਸੁਰਤ ਜੁੜੀ ਹੋਈ ਉਹ ਕਾਲ ਦੇ ਵਿੱਚ, ਸਮੇਂ ਦੇ ਵਿੱਚ ਹੀ ਦੁੱਖ ਪਾ ਰਹੇ ਹੋ ਤੁਸੀਂ। ਅਤੇ ਜਿਹਦਾ ਤੇਲ ਹੀ ਚੁੱਕ ਗਿਆ, ਦੀਵਾ ਬੁਝ ਗਿਆ, ਮਨ ਰੂਪੀ ਦੀਵਾ ਬੁਝ ਗਿਆ, ਮਨ ਸਮਾਪਤ ਹੋ ਗਿਆ। ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਦੀਵਾ ਬੁਝ ਗਿਆ, ਮਨ ਮਰ ਗਿਆ, ਫਿਰ ਉੱਥੇ ਕਾਲ ਰਹਿ ਹੀ ਨਹੀਂ ਗਿਆ, ਸਮੇਂ ਰਹਿ ਹੀ ਨਹੀਂ ਗਿਆ, ਜੰਮ ਰਹਿ ਹੀ ਨਹੀਂ ਗਿਆ। ਹੁਣ ਜੰਮ ਰਹਿ ਹੀ ਨਹੀਂ ਗਿਆ ਤੇ ਲੈਣ ਕੌਣ ਆਊਗਾ? ਫਿਰ ਤੇ ਜੰਮ ਦੇ ਨਾਲ ਕੋਈ ਮੇਲ ਨਾ ਰਿਹਾ। ਕਹਿੰਦੇ ਨਾ ਜਮਦੂਤ ਘਸੀਟਦਾ ਹੈ, ਫੜ ਕੇ ਖਿੱਚ ਕੇ ਲੈ ਕੇ ਜਾਂਦਾ ਹੈ ਉਹ ਕਾਲ। ਇੱਦਾਂ ਹੀ ਇਹ ਨਹੀਂ ਹੈ ਮਰਨ ਵੇਲੇ ਖਿੱਚਦਾ ਹੈ ਤੁਹਾਨੂੰ, ਜੀਂਦੇ ਜੀਵ ਹੀ ਖਿੱਚੇ ਜਾ ਰਹੇ ਹੋ ਤੁਸੀਂ। ਕਾਲ ਹੀ ਖਿੱਚ ਰਿਹਾ ਹੈ, ਸਮੇਂ ਖਿੱਚ ਰਿਹਾ ਹੈ ਤੁਹਾਨੂੰ। ਸਮੇਂ ਦੀ ਡੋਰੀ ਦੇ ਨਾਲ ਹੀ ਤੁਸੀਂ ਬੱਧੇ ਹੋਏ। ਸੋਚ ਕਿਉਂ ਰਹੇ ਹੋ? ਸਮੇਂ ਖਿੱਚ ਰਿਹਾ ਹੈ ਤੁਹਾਨੂੰ ਭਵਿੱਖ ਵੱਲ ਨੂੰ। ਤੁਹਾਡੀ ਸੋਚ ਨੂੰ ਸਮੇਂ ਭਵਿੱਖ ਵੱਲ ਨੂੰ ਖਿੱਚ ਰਿਹਾ, ਕਾਲ ਭਵਿੱਖ ਵੱਲ ਨੂੰ, ਜੰਮ ਭਵਿੱਖ ਵੱਲ ਨੂੰ ਖਿੱਚ ਰਿਹਾ। ਤੁਸੀਂ ਵਰਤਮਾਨ 'ਚ ਥੋੜ੍ਹੀ ਜੀਂਦੇ ਹੋ, ਜੀ ਤੇ ਰਹੇ ਹੀ ਨਹੀਂ ਹੋ। ਅਤੇ ਸੋਚ ਚੱਲ ਰਹੀ ਹੈ, ਵਿਚਾਰਧਾਰਾ ਚੱਲ ਰਹੀ ਹੈ। ਅਤੇ ਜਦੋਂ ਨਾਮ ਦੇ ਵਿੱਚ ਸੁਰਤ ਜੁੜ ਗਈ ਅੰਦਰ, ਧਿਆਨ ਅੰਦਰ ਜੁੜ ਗਿਆ, ਉਹ ਪ੍ਰਕਾਸ਼ਿਤ ਹੋ ਗਿਆ, ਗਿਆਨ ਦਾ ਪ੍ਰਕਾਸ਼ ਹੋ ਗਿਆ ਤੁਹਾਡੇ ਅੰਦਰ। ਅਤੇ ਉਹ ਗਿਆਨ ਦਾ ਪ੍ਰਕਾਸ਼ ਵੀ ਬੁਝ ਜਾਂਦਾ ਹੈ।
ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਮੈਂ ਬਹੁਤ ਵਾਰ ਕਿਹਾ ਹੈ ਵੀ ਗਿਆਨ ਉਹਨਾਂ ਚਿਰ ਹੀ ਹੁੰਦਾ ਹੈ ਜਿੰਨਾ ਚਿਰ ਸੰਸਾਰ ਦੇ ਵਿੱਚ ਸੁਰਤ ਫਸੀ ਹੋਈ ਹੈ। ਗਿਆਨ ਕਿਹਨੂੰ ਹੁੰਦਾ ਹੈ? ਮੈਂ ਹਾਂ ਤੇ ਤਾਂ ਹੀ ਤੇ ਮੈਨੂੰ ਗਿਆਨ ਹੈ। ਤੇ ਮੈਂ ਕਿਵੇਂ ਹਾਂ? ਵਿਚਾਰਧਾਰਾ ਕਰਕੇ, ਸੋਚ ਕਰਕੇ, ਮਨ ਕਰਕੇ। ਜਦੋਂ ਮਨ ਹੀ ਨਹੀਂ ਰਿਹਾ ਤੇ ਫਿਰ ਮੈਂ ਨਹੀਂ ਰਿਹਾ ਤੇ ਗਿਆਨ ਕਿਹਨੂੰ ਹੋਣਾ? ਫਿਰ ਤਾਂ ਦੀਵਾ ਹੀ ਬੁਝ ਗਿਆ ਨਾ। ਫਿਰ ਦੀਵਾ ਜਿਹੜਾ ਹੈ ਨਾ, ਇਹ ਮਹਾਨ ਜੋ ਪ੍ਰਕਾਸ਼ ਹੈ ਇਹਦੇ ਵਿੱਚ ਖੋ ਜਾਂਦਾ ਹੈ। ਕਿਉਂਕਿ ਸਾਰੇ ਦੀਵੇ ਜਿੱਥੋਂ ਬਲ ਰਹੇ ਹਨ ਨਾ, ਦੀਵਾ ਉੱਥੇ ਹੀ ਲੀਨ ਹੋ। ਦਰਅਸਲ ਜਿੰਨੇ ਵੀ ਦੀਵੇ ਬਲ ਰਹੇ ਹਨ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਤੇ ਚਾਨਣ ਸਭ ਮਹਿ ਚਾਨਣ ਹੋਏ। ਉਹ ਚਾਨਣ ਇੱਕੋ ਹੀ ਹੈ, ਪ੍ਰਕਾਸ਼ ਇੱਕੋ ਹੀ ਹੈ। ਇੱਕੋ ਹੀ ਪ੍ਰਕਾਸ਼ ਦੇ ਨਾਲ ਤੁਹਾਡੇ ਦੀਵੇ ਜਗ ਰਹੇ ਹਨ, ਪ੍ਰਕਾਸ਼ਿਤ ਹੋ ਰਹੇ ਹਨ, ਮਨ ਚੱਲ ਰਹੇ ਹਨ। ਪ੍ਰਕਾਸ਼ ਇੱਕੋ ਹੀ ਹੈ। ਤੇ ਜਦੋਂ ਤੁਹਾਡਾ ਦੀਵਾ ਬੁਝ ਗਿਆ, ਤੁਹਾਡਾ ਮਨ ਰੂਪੀ ਦੀਵਾ ਬੁਝ ਗਿਆ, ਤੇਲ ਚੁੱਕ ਗਿਆ ਤੇ ਫਿਰ ਦੀਵਾ ਬੁਝੇਗਾ। ਇਹ ਗੱਲ ਖਿਆਲ ਵਿੱਚ ਰੱਖਣੀ। ਧਿਆਨ ਹਟ ਗਿਆ ਸੰਸਾਰ ਵੱਲੋਂ ਤੇ ਤੇਲ ਚੁੱਕ ਗਿਆ, ਦੁੱਖ ਵੀ ਸਮਾਪਤ ਹੋ ਗਿਆ, ਦੀਵਾ ਵੀ ਬੁਝ ਗਿਆ ਤੇ ਤੁਸੀਂ ਨਾ ਰਹੇ। ਇਹਨੂੰ ਨਿਰਵਾਣ ਕਹਿੰਦੇ ਹਨ। ਗੌਤਮ ਬੁੱਧ ਨੇ ਨਿਰਵਾਣ ਕਿਹਾ ਹੈ, ਦੀਵਾ ਬੁਝ ਜਾਣਾ। ਬੁਝ ਗਿਆ ਤੇ ਉਸ ਵਿਰਾਟ ਦੇ ਵਿੱਚ ਖੋ ਗਿਆ। ਪਹਿਲਾਂ ਤੁਸੀਂ ਆਪਣੇ ਦੀਵੇ ਦੇ ਚਾਨਣ ਨਾਲ ਸੰਸਾਰ ਵਿੱਚ ਚੱਲਦੇ ਸੀ, ਛੋਟੇ ਜਿਹੇ ਦੀਵੇ ਨਾਲ। ਫਿਰ ਤੁਸੀਂ ਪਰਮਾਤਮਾ ਦੇ ਪ੍ਰਕਾਸ਼ ਦੁਆਰਾ ਸੰਸਾਰ ਵਿੱਚ ਚੱਲੋਗੇ ਤੇ ਚੱਲਣਾ ਕੈਸਾ ਹੋਵੇਗਾ? ਇੰਨਾ ਜ਼ਿਆਦਾ ਪ੍ਰਕਾਸ਼ ਹੋਵੇਗਾ ਨਾ ਵੀ ਉਸ ਪ੍ਰਕਾਸ਼ ਦੀ ਤੁਲਨਾ ਬਾਹਰ ਹੋ ਹੀ ਨਹੀਂ ਸਕਦੀ। ਕੋਟ ਸੂਰਜ ਯਾਰ, ਤੋ ਉਸ ਪ੍ਰਕਾਸ਼ ਦੁਆਰਾ ਤੁਸੀਂ ਜਦੋਂ ਸੰਸਾਰ ਵਿੱਚ ਚੱਲੋਗੇ ਤੇ ਤੁਸੀਂ ਸੋਚ ਸਕਦੇ ਹੋ ਕੈਸਾ ਹੋਵੇਗਾ। ਛੋਟੇ ਜਿਹੇ ਦੀਵੇ ਨਾਲ, ਛੋਟੇ ਜਿਹੇ ਗਿਆਨ, ਤੁਹਾਨੂੰ ਛੋਟੀ ਜਿਹੀ ਬੁੱਧੀ ਹੈ, ਉਹਦੇ 'ਚ ਦੀਵਾ ਜਗ ਰਿਹਾ। ਉਸ ਗਿਆਨ ਦੇ ਦੀਵੇ ਨਾਲ ਤੁਸੀਂ ਸੰਸਾਰ ਚੱਲ ਰਹੇ। ਜਦੋਂ ਉਹ ਬੁਝ ਗਿਆ, ਤੇਲ ਵੀ ਚੁੱਕ ਗਿਆ, ਸਮਾਪਤ ਹੋ ਗਿਆ, ਫਿਰ ਮਹਾਂਪ੍ਰਕਾਸ਼